ਇਹ ਅਖਬਾਰਾਂ ਬੋਲਦੀਆਂ ਸੈਗਮੈਂਟ ਤੁਹਾਡੀ ਸੇਵਾ ਦੇ ਵਿੱਚ ਮੈਂ ਤੁਹਾਡਾ ਦੋਸਤ ਅਤੇ ਹੋਸਟ ਦਿਲਬਾਗ ਸਿੰਘ ਚਾਵਲਾ ਲੈ ਕੇ ਹਾਜ਼ਰ ਹਾਂ। ਚਾਵਲਾ ਨਿਊਜ਼ ਨੈਟਵਰਕ CNN ਟੋਰਾਂਟੋ। ਤਾਲਿਬਾਨ ਨੂੰ ਹੁਣ ਤੱਕ ਇੰਨਾ ਪੈਸਾ ਕਿੱਥੋਂ ਆਉਂਦਾ ਸੀ? BBC ਵਰਲਡ ਸਰਵਿਸ ਜਿਹੜਾ ਹੈ ਉਹਨਾਂ ਦੇ ਸਹਿਯੋਗ ਦੇ ਨਾਲ ਕਰ ਲੱਗੇ ਹਾਂ ਪੇਸ਼। ਦਾਊਦ ਆਜ਼ਮੀ ਦਾ ਲਿਖਿਆ ਹੈ ਔਰ ਪ੍ਰੋਗਰਾਮ ਰੰਗਲਾ ਪੰਜਾਬ ਤੁਸੀਂ ਸੁਣ ਰਹੇ ਹੋ, ਦੇਖ ਰਹੇ ਹੋ। ਅਖਬਾਰ ਲਿਖਦਾ ਹੈ ਕਿ ਤਾਲਿਬਾਨ ਨੂੰ ਦੁਨੀਆ ਦੇ ਸਭ ਤੋਂ ਅਮੀਰ ਬਾਗੀ ਗੁੱਟਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ 2 ਦਹਾਕਿਆਂ ਤੋਂ ਅਮਰੀਕਾ ਅਤੇ ਗੱਠਜੋੜ ਫੌਜਾਂ ਨਾਲ ਲੜਨ ਤੋਂ ਬਾਅਦ ਇਹੀ ਬਾਗੀ ਤਾਲਿਬਾਨ ਹੁਣ ਅਫਗਾਨਿਸਤਾਨ ਨੂੰ ਕੰਟਰੋਲ ਕਰਨ ਲੱਗ ਪਿਆ। ਅਫੀਮ ਅਤੇ ਟੈਕਸ ਆਮਦਨ ਦੇ ਹੋਰ ਕਿਹੜੇ ਸਰੋਤ ਹਨ, ਆਓ ਜਾਣਦੇ ਹਾਂ। ਆਖਰ ਕਿੰਨਾ ਅਮੀਰ ਹੈ ਤਾਲਿਬਾਨ, ਇਹ ਵੀ ਸਵਾਲ ਹੈ। ਤਾਂ ਤਾਲਿਬਾਨ ਕਿਵੇਂ ਆਪਣੇ ਪੈਰਾਂ ਉੱਤੇ ਇੰਨੀ ਮਜ਼ਬੂਤੀ ਨਾਲ ਖੜਾ ਹੈ, ਸਵਾਲ ਤਾਂ ਇਹ ਵੀ। ਅਫਗਾਨਿਸਤਾਨ ਵਿੱਚ ਅਮਰੀਕਾ ਦੇ ਫੌਜੀ ਦਸਤੇ ਤਾਲਿਬਾਨ ਸਮੇਤ ਦੂਜੇ ਕਈ ਕੱਟੜਪੰਥੀ ਸੰਗਠਨਾਂ ਦੇ ਵਿਰੁੱਧ ਲੜਾਈ ਵਿੱਚ ਅਫਗਾਨ ਸਰਕਾਰ ਦਾ ਸਾਥ ਦੇ ਰਹੇ ਸਨ। ਅਮਰੀਕਾ ਦੀ ਅਗਵਾਈ ਹੇਠ ਗੱਠਜੋੜ ਫੌਜ ਨੇ ਤਾਲਿਬਾਨ ਨੂੰ ਸਾਲ 2001 ਵਿੱਚ ਅਫਗਾਨਿਸਤਾਨ ਦੀ ਸੱਤਾ ਤੋਂ ਬਾਹਰ ਕਰ ਦਿੱਤਾ ਸੀ। ਅਫਗਾਨਿਸਤਾਨ ਵਿੱਚ ਕਿੰਨੀ ਅਫੀਮ ਦੀ ਪੈਦਾ ਹੁੰਦੀ ਹੈ, ਕਿੰਨੀ ਪੈਦਾਵਾਰ ਹੈ ਤੇ ਤਾਲਿਬਾਨ ਦਾ ਰਿਕਾਰਡ ਕੀ ਹੈ, ਇਹ ਵੀ ਚਰਚਾ 'ਚ ਹੈ। ਅਮਰੀਕਾ ਦੇ ਮੁਤਾਬਕ ਸਨ 2021 ਦੇ ਮੱਧ ਤੱਕ ਦੇ ਅਨੁਮਾਨ ਮੁਤਾਬਕ ਇਸ ਦੇ ਲੜਾਕਿਆਂ ਦੀ ਗਿਣਤੀ 70,000 ਤੋਂ 1 ਲੱਖ ਦੇ ਦਰਮਿਆਨ ਸੀ। ਇਹ ਪਿਛਲੇ 1 ਦਹਾਕੇ ਤੋਂ 30,000 ਵੱਧ ਸੀ। ਸਿਰਫ ਇੰਨਾ ਹੀ ਨਹੀਂ, ਪਿਛਲੇ 20 ਸਾਲਾਂ ਦੌਰਾਨ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਖੇਤਰੀ ਕੰਟਰੋਲ ਵਿੱਚ ਵਾਧਾ ਕੀਤਾ ਹੈ। ਆਖਰ ਅਮਰੀਕਾ ਤੇ ਗੱਠਜੋੜ ਫੌਜਾਂ ਦੇ ਅਫਗਾਨਿਸਤਾਨ ਨੂੰ ਛੱਡਣ ਦੀ ਪ੍ਰਕਿਰਿਆ ਦੇ ਖਤਮ ਹੋਣ ਤੋਂ ਪਹਿਲਾਂ ਹੀ ਤਾਲਿਬਾਨ ਨੇ ਅਫਗਾਨਿਸਤਾਨ ਤੇ ਮੁੜ ਕਬਜ਼ਾ ਕਰ ਲਿਆ। ਕੱਟੜਪੰਥੀ ਮੁਹਿੰਮਾਂ ਨੂੰ ਚਲਾਉਣ ਲਈ ਵੱਡੀ ਮਾਲੀ ਸਹਾਇਤਾ ਦੀ ਲੋੜ ਹੈ। ਅਜਿਹੇ ਵਿੱਚ ਸਵਾਲ ਅਖਬਾਰ ਕਹਿੰਦਾ ਹੈ ਕਿ ਖੜਾ ਹੁੰਦਾ ਹੈ ਕਿ ਤਾਲਿਬਾਨ ਨੂੰ ਇਹ ਮਾਲੀ ਸਹਾਇਤਾ ਆਉਂਦੀ ਕਿੱਥੋਂ ਮਿਲਦੀ ਹੈ, ਇਹ ਸਵਾਲ ਹੈ। ਸਾਲ 1996 ਤੋਂ 2001 ਤੱਕ ਅਫਗਾਨਿਸਤਾਨ ਤੇ ਤਾਲਿਬਾਨ ਦਾ ਰਾਜ ਸੀ। ਇਸ ਦੌਰਾਨ ਅਮਰੀਕਾ ਵੱਲੋਂ ਉਸ ਨੂੰ ਸੱਤਾ ਤੋਂ ਬਾਹਰ ਕਰਨ ਤੱਕ ਅਫਗਾਨਿਸਤਾਨ ਵਿੱਚ ਸ਼ਰੀਆ ਕਾਨੂੰਨ ਲਾਗੂ ਸੀ। ਇਸ ਸੰਗਠਨ ਨਾਲ ਜੁੜੀ ਪੈਸਿਆਂ ਦੀ ਆਵਾਜਾਈ ਨੂੰ ਸਮਝਣਾ ਇੱਕ ਤਰ੍ਹਾਂ ਨਾਲ ਕਿਆਸ ਲਗਾਉਣ ਦੇ ਬਰਾਬਰ ਹੈ, ਕਿਉਂਕਿ ਇਹ ਖੁਫੀਆ ਕੱਟੜਪੰਥੀ ਸੰਗਠਨ ਆਪਣੇ ਖਾਤਿਆਂ ਦੇ ਨਾਲ ਜੁੜੀ ਜਾਣਕਾਰੀ ਨੂੰ ਪ੍ਰਕਾਸ਼ਿਤ ਨਹੀਂ ਕਰਦੇ ਹਨ। 20 ਸਾਲਾਂ ਦੀ ਲੜਾਈ ਦੌਰਾਨ ਤਾਲਿਬਾਨ ਦੇ ਹਜ਼ਾਰਾਂ ਲੜਾਕੇ ਮਾਰੇ ਗਏ ਹਨ। ਗਰੁੱਪਾਂ ਦਾ ਜ਼ਮੀਨੀ ਕਬਜ਼ਾ ਕਾਫੀ ਵੱਧ ਗਿਆ ਹੈ, ਪਰ BBC ਨੇ ਅਫਗਾਨਿਸਤਾਨ ਦੇ ਅੰਦਰ ਅਤੇ ਬਾਹਰ ਅਜਿਹੇ ਕਈ ਲੋਕਾਂ ਦਾ ਇੰਟਰਵਿਊ ਕੀਤਾ ਹੈ ਕਿ ਜਿਸ ਦੇ ਆਧਾਰ ਤੇ ਪਤਾ ਲੱਗਿਆ ਹੈ ਕਿ ਤਾਲਿਬਾਨ ਇੱਕ ਬਹੁਤ ਹੀ ਗੁੰਝਲਦਾਰ ਆਰਥਿਕ ਪ੍ਰਣਾਲੀ ਚਲਾਉਂਦਾ ਹੈ। ਇਸ ਤੋਂ ਇਲਾਵਾ ਕੱਟੜਪੰਥੀ ਮੁਹਿੰਮਾਂ ਨੂੰ ਚਲਾਉਣ ਲਈ ਟੈਕਸ ਪ੍ਰਣਾਲੀ ਦੀ ਵੀ ਵਰਤੋਂ ਕੀਤੀ ਜਾਂਦੀ ਹੈ। UN ਦੇ ਇੱਕ ਅੰਦਾਜ਼ੇ ਦੇ ਮੁਤਾਬਕ 2011 ਤੋਂ ਬਾਅਦ ਤਾਲਿਬਾਨ ਦੀ ਸਾਲਾਨਾ ਆਮਦਨ $40 ਕਰੋੜ ਸੀ। BBC ਵੱਲੋਂ ਕੀਤੀ ਗਈ ਪੜਤਾਲ ਮੁਤਾਬਕ ਸਨ 2018 ਦੇ ਅੰਤ ਵਿੱਚ ਇਹ ਵੱਧ ਕੇ $150 ਕਰੋੜ ਸਾਲਾਨਾ ਹੋ ਗਈ। ਅਫਗਾਨਿਸਤਾਨ ਅਤੇ ਅਮਰੀਕੀ ਸਰਕਾਰ ਉਹਨਾਂ ਦੇ ਨੈਟਵਰਕਾਂ ਤੇ ਨਕੇਲ ਕੱਸਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਹੁਣ ਤੋਂ ਕੁਝ ਸਮਾਂ ਪਹਿਲਾਂ ਅਮਰੀਕੀ ਸਰਕਾਰ ਨੇ ਡਰੱਗ ਉਤਪਾਦਨ ਕਰਨ ਵਾਲੀ ਪ੍ਰਯੋਗਸ਼ਾਲਾਵਾਂ ਤੇ ਬੰਬਾਰੀ ਕਰਨ ਦੀ ਰਣਨੀਤੀ ਤਿਆਰ ਕੀਤੀ ਸੀ, ਪਰ ਤਾਲਿਬਾਨ ਦੀ ਕਮਾਈ ਸਿਰਫ ਨਸ਼ੇ ਤੇ ਕਾਰੋਬਾਰ ਵਿੱਚੋਂ ਹੀ ਨਹੀਂ ਹੁੰਦੀ, ਇਸ ਦੀ ਆਮਦਨ ਦੇ ਹੋਰ ਵੀ ਕਈ ਸਰੋਤ ਹਨ। ਅਫਗਾਨਿਸਤਾਨ ਦੁਨੀਆ ਵਿੱਚ ਅਫੀਮ ਦਾ ਸਭ ਤੋਂ ਵੱਡਾ ਉਤਪਾਦਕ ਹੈ। ਜੇਕਰ ਹਰ ਸਾਲ ਇੱਥੇ ਪੈਦਾ ਹੋਣ ਵਾਲੀ ਅਫੀਮ ਨੂੰ ਬਰਾਮਦ ਕੀਤਾ ਜਾਵੇ ਤਾਂ ਇਸ ਦੇ ਕਰੀਬ 105 ਤੋਂ 210 ਅਰਬ ਰੁਪਏ ਬਣਦੇ ਹਨ। ਅਫੀਮ ਦੀ ਕਾਸ਼ਤ ਵਿੱਚ ਇੱਕ ਵੱਡਾ ਕਾਰੋਬਾਰ ਹੈ। ਦੁਨੀਆ ਭਰ ਵਿੱਚ ਹੈਰੋਇਨ ਦੀ ਜ਼ਿਆਦਾ ਸਪਲਾਈ ਵੀ ਇਸੇ ਖੇਤਰ ਤੋਂ ਅਖਬਾਰ ਲਿਖਦਾ ਹੈ ਕਿ ਹੁੰਦੀ ਹੈ। ਅਫਗਾਨਿਸਤਾਨ ਵਿੱਚ ਅਫੀਮ ਦੀ ਕਾਸ਼ਤ ਵਾਲੇ ਖੇਤਰ ਦਾ ਇੱਕ ਹਿੱਸਾ ਸਰਕਾਰ ਦੇ ਕਾਬੂ ਹੇਠ ਹੈ, ਪਰ ਅਫੀਮ ਦੀ ਖੇਤੀ ਵਾਲੇ ਜ਼ਿਆਦਾਤਰ ਹਿੱਸੇ ਤੇ ਤਾਲਿਬਾਨ ਕਾਬੂ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਤਾਲਿਬਾਨ ਦੀ ਆਮਦਨ ਦਾ ਵੱਡਾ ਸਰੋਤ ਹੈ, ਪਰ ਤਾਲਿਬਾਨ ਇਸ ਕਾਰੋਬਾਰ ਦੇ ਵੱਖ-ਵੱਖ ਪੱਧਰਾਂ ਤੇ ਟੈਕਸ ਵੀ ਲੈਂਦਾ ਹੈ। ਅਫੀਮ ਦੀ ਖੇਤੀ ਕਰਨ ਵਾਲੇ ਕਿਸਾਨਾਂ ਤੋਂ 10% ਉਤਪਾਦਨ ਟੈਕਸ ਲਿਆ ਜਾਂਦਾ ਹੈ। ਇਸ ਤੋਂ ਬਾਅਦ ਅਫੀਮ ਨੂੰ ਹੈਰੋਇਨ ਵਿੱਚ ਤਬਦੀਲ ਕਰਨ ਵਾਲੀ ਪ੍ਰਯੋਗਸ਼ਾਲਾਵਾਂ ਤੋਂ ਵੀ ਇਹ ਲੋਕ ਟੈਕਸ ਲੈਂਦੇ ਹਨ। ਸਿਰਫ ਇਹੀ ਨਹੀਂ, ਇਸ ਗੈਰ ਕਾਨੂੰਨੀ ਵਪਾਰ ਨੂੰ ਕਰਨ ਵਾਲੇ ਵਪਾਰੀਆਂ ਤੋਂ ਵੀ ਟੈਕਸ ਲਿਆ ਜਾਂਦਾ ਹੈ। ਇਸ ਤਰ੍ਹਾਂ ਇਸ ਵਪਾਰ ਵਿੱਚ ਤਾਲਿਬਾਨ ਦਾ ਹਿੱਸਾ ਹਰ ਸਾਲ 7 ਅਰਬ ਰੁਪਏ ਤੋਂ 28 ਅਰਬ ਰੁਪਏ ਦੇ ਵਿਚਕਾਰ ਰਹਿੰਦਾ ਹੈ। ਅਮਰੀਕਾ ਦੇ ਕਮਾਂਡਰ ਜਨਰਲ ਜੌਨ ਨਿਕੋਲਸਨ ਨੇ 2018 ਦੀ ਸਪੈਸ਼ਲ ਇੰਸਪੈਕਟਰ ਜਨਰਲ ਫਾਰ ਅਫਗਾਨ
रिकनस्ट्रक्शन रिपोर्ट में आख्या सी कि तालिबान की सालाना कमाई का 60% हिस्सा नशियां के व्यापार राही आउंदा है। कुछ माहरां मुताबक इस संख्या वधा चढ़ा के दसी गई है। तालिबान अक्सर नशियां के व्यापार विच अपनी भूमिका तो इनकार करता है अते ये गल बड़े माण नाल दसदा है कि साल 2000 दौरान अपने राज समय उन्होंने अफीम की खेती उपर पाबंदी लगाई सी। ट्रंप प्रशासन के हमलावर रवैये दे चलदे अमरीकी फौज ने नवीं रणनीति तैयार की है, जिस दे तहत तालिबान की कमाई के स्रोतों को तबाह करने लई उन्हां थावां ते बंबारी करना शुरू कर दिता है जिथे अफीम हेरोइन में तब्दील की जाती। अमेरिकी फौज का कहना है कि तालिबान की आमदन का 60% हिस्सा नशे के कारोबार तो आता है। साल 2018 के अगस्त महीने में अमेरिका ने दावा किया सी कि उन्होंने अफगानिस्तान में मौजूदा संभावी 400 तो 500 के करीब प्रयोगशालावां नूं तबाह कर दिता है, जिन्हां विच अद्धी तो वध दखनी हेलमैंड सूबे में स्थित सन। इस दे नाल ही यह भी दावा किया गया कि हवाई हमले ने तालिबान की अफीम के व्यापार तो होने वाली कुल कमाई के 1/4 हिस्से को खत्म कर दिता है। पर लंबे समय में इस हवाई हमले के की प्रभाव होंदे हन, ये अखबार कहता है देखना अजे बाकी है। भावें प्रयोगशालावां नूं तबाह कर दिता गया है, पर उन्होंने मुड़ खड़ा करने में ज्यादा समा ते अखबार लिखता पैसे नहीं लगते हैं। आम तौर पर तालिबान के कारोबार में शामिल होने की वो गल नूं नकारदा है, पर नशे के कारोबार में शामिल होने की गल नूं नकारदा सिर्फ यही नहीं। अखबार कहता है कि अपने शासन दौरान अफीम की काशत ते बैन लगाने के फैसले ते शेखी भी तालिबान ने ही मारी सी, वो भी मारदा है। अफीम की खेती तो इलावा तालिबान कई होर स्रोतों तो भी पैसे कमाता है। साल 2018 की शुरुआत में अखबार BBC की एक इन्वेस्टिगेटिव स्टोरी तो पता लग्या सी कि अफगानिस्तान के 70% खेतर में तालिबान सरगर्म है। इन्हां खेतरां में रहने वाले लोगों तो ही तालिबान टैक्स की वसूली करता है। तालिबान के आर्थिक कमीशन ने इस साल एक खुली चिट्ठी लेके अफगानी व्यापारियों को चेतावनी दी सी कि उन्होंने तालिबान के कंट्रोल वाले खेतरों में अपना समान लैके जाने लिए टैक्स देना होगा। इस तो इलावा वो टैलीकॉम और मोबाइल फोन ऑपरेटरों तो भी खूब कमाई करता है। अफगानिस्तान की एक बिजली कंपनी के मुखी ने BBC को दस्या कि तालिबान हर साल बिजली बेच के 14 करोड़ रुपए कमाता है। इस तो इलावा लगातार होंदियां लड़ाइयां तो भी कमाई होंदी है। तालिबान जदों भी किसी फौज की चौकी या फिर शहरी इलाके ते हमला करता है तो उसनूं इसका सीधा लाभ होंदा है। अजिहियां कारवाइयां विच ओह सरकारी तजोरियां खाली करन दे नाल-नाल हथियार, गड्डियां ते फौजी वाहन भी हासिल करता है। खनिज पदार्थों के मामले में अफगानिस्तान बहुत अमीर है, पर खेतर में लगातार चल रहे संघर्ष कारण इन खनिज पदार्थों का ज्यादा लाभ नहीं चुकया गया है। अफगानिस्तान में खनिज उद्योग घट्टो घट्ट 70 अरब रुपए का है, पर ज्यादातर माइनिंग छोटे पद्धर उत्ते अते गैर कानूनी ढंग नाल हो रहा है। तालिबान ने इन्हां माइनिंग खेतरां ते काबू करके गैर कानूनी ते कानूनी माइनिंग करने वालियां पार्टियां तो अखबार कहता खूब पैसे इकट्ठे करने शुरू कर दिते हैं। संयुक्त राष्ट्र की एक रिपोर्ट में यह गल सामने आई है कि तालिबान दक्षिणी हेलमैंड सूबे चो काम करने वाली 25 तो 30 माइनिंग कंपनियों तो हर साल 70 करोड़ रुपए हासिल करता है। पूर्वी नगरहार सूबे के गवर्नर ने BBC अखबार को दस्या है कि इस खेतर में माइनिंग तो होने वाली कमाई का अद्धा हिस्सा जां तां तालिबान को जाता है ਜਾਂ फिर इस्लामिक स्टेट ਨੂੰ। ਉਹਨਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਇਹ ਸੰਗਠਨ ਇਥੋਂ ਲੰਘਣ ਵਾਲੇ ਹਰ ਟਰੱਕ ਤੋਂ 35000 ਰੁਪਏ ਲੈਂਦੇ ਹਨ ਤੇ ਇਸ ਇਲਾਕੇ ਤੋਂ ਲੰਘਣ ਵਾਲੇ ਟਰੱਕਾਂ ਦੀ ਗਿਣਤੀ ਇੱਕ ਨਹੀਂ ਸੈਂਕੜਿਆਂ ਦੇ ਵਿੱਚ ਹੁੰਦੀ ਹੈ। ਤਾਲਿਬਾਨ ਸਥਾਨਕ ਵਪਾਰੀ ਤੇ ਅਫਗਾਨੀ ਸਰਕਾਰ ਦੇ ਅਧਿਕਾਰੀਆਂ ਦੇ ਮੁਤਾਬਕ ਤਾਲਿਬਾਨ ਹੁਣ ਹਰ ਸਾਲ ਮਾਈਨਿੰਗ ਖੇਤਰ ਤੋਂ 350 ਕਰੋੜ ਰੁਪਏ ਵਸੂਲਦਾ ਹੈ। ਕਈ ਅਫਗਾਨੀ ਅਤੇ ਅਮਰੀਕੀ ਅਧਿਕਾਰੀ ਦੱਸਦੇ ਹਨ ਕਿ ਕਈ ਸਰਕਾਰਾਂ ਜਿਨ੍ਹਾਂ ਵਿੱਚ ਪਾਕਿਸਤਾਨ, ਈਰਾਨ ਅਤੇ ਰੂਸ ਵੀ ਸ਼ਾਮਲ ਹਨ ਅਫਗਾਨੀ ਤਾਲਿਬਾਨ ਨੂੰ ਵਿੱਤੀ ਸਹਾਇਤਾ ਦਿੰਦੀਆਂ ਹਨ, ਪਰ ਇਹ ਦੇਸ਼ ਇਸ ਤੋਂ ਇਨਕਾਰ ਵੀ ਕਰਦੇ ਹਨ। ਕਈ ਖਾੜੀ ਦੇਸ਼ ਜਿਵੇਂ ਕਿ ਸਾਊਦੀ ਅਰਬ, UAE, ਪਾਕਿਸਤਾਨ ਅਤੇ ਕਤਰ ਵਿੱਚ ਰਹਿਣ ਵਾਲੇ ਕਈ ਲੋਕ ਨਿੱਜੀ ਪੱਧਰ ਤੇ ਤਾਲਿਬਾਨ ਨੂੰ ਵੱਡੀ ਸਹਾਇਤਾ ਭਾਵ ਵਿੱਤੀ ਸਹਾਇਤਾ ਦਿੰਦੇ ਹਨ। ਹਾਲਾਂਕਿ ਤਾਲਿਬਾਨ ਦੀ ਕਮਾਈ ਦਾ ਸਹੀ ਅੰਦਾਜ਼ਾ ਲਗਾਉਣਾ ਤਾਂ ਸੰਭਵ ਨਹੀਂ ਹੈ, ਪਰ ਮਾਹਰਾਂ ਦਾ ਮੰਨਣਾ ਹੈ ਕਿ ਤਾਲਿਬਾਨ ਦੀ ਸਾਲਾਨਾ ਕਮਾਈ ਜਿਹੜੀ ਹੈ ਉਹ
35 ਅਰਬ ਰੁਪਏ ਤੱਕ ਹੋ ਸਕਦੀ ਹੈ। ਸੋ ਇਹ ਸੀ ਤਾਲਿਬਾਨ ਇੰਨਾ ਮਜ਼ਬੂਤ ਕਿਉਂ ਹੈ, ਉਹਨੂੰ ਕਮਾਈ ਕਿੱਥੋਂ ਹੁੰਦੀ ਹੈ, ਕਿਹੜੇ ਕਿਹੜੇ ਸੋਰਸ ਨੇ, ਕਿਹੜੇ ਕਿਹੜੇ ਤਰੀਕਿਆਂ ਦੇ ਨਾਲ ਉਹ ਪੈਸਾ ਇਕੱਤਰ ਕਰਦੇ ਨੇ। ਵਿਸ਼ਵ ਦੀ ਮਸ਼ਹੂਰ BBC ਵਰਲਡ ਦੇ ਸਹਿਯੋਗ ਦੇ ਨਾਲ ਤੁਹਾਡੀ ਨਜ਼ਰ ਦਾਊਦ ਆਜ਼ਮੀ ਦੀ ਕਲਮ ਰੰਗਲਾ ਪੰਜਾਬ ਦੇ ਵਿੱਚ ਤੁਹਾਡੇ ਆਪਣੇ ਦਿਲਬਾਗ ਚਾਵਲਾ ਦੀ ਆਵਾਜ਼ ਪੜ੍ਹਦਿਆਂ ਗਲਤੀਆਂ ਹੋ ਗਈਆਂ ਹੋਣਗੀਆਂ, ਉਸ ਲਈ ਖਿਮਾ ਦੇ ਜਾਚਕਾਂ।